ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਸਟੱਡੀ ਅਤੇ ਇਨਫੋ ਵਿੱਚ ਤੁਹਾਡਾ ਸਵਾਗਤ ਹੈ। ਜੋ ਸਾਡੇ ਨਾਲ ਜੁੜੇ ਹੋਏ ਹਨ ਉਹਨਾਂ ਨੂੰ ਪਤਾ ਹੀ ਹੈ ਕਿ ਪੰਜਾਬ ਪੁਲਿਸ ਜਿਹੜੀ ਭਰਤੀ ਹੈ ਮਈ ਦੇ ਮਹੀਨੇ ਦੇ ਤੱਕ ਆਉਣ ਵਾਲੀ ਹੈ। ਇਸ ਤੋਂ ਇਲਾਵਾ ਪੰਜਾਬ ਪੁਲਿਸ ਦੇ ਹੋਰ ਵਿੰਗ ਜਿਵੇਂ ਇੰਟੈਲੀਜੈਂਸ ਵਗੈਰਾ ਸਾਰਿਆਂ ਵਿੱਚ ਵੀ ਭਰਤੀਆਂ ਆਉਣੀਆਂ ਹਨ, ਜਿਸ ਸੰਬੰਧੀ ਮੈਂ ਤੁਹਾਨੂੰ ਇੰਟੈਲੀਜੈਂਸ ਵਾਲੇ ਪਹਿਲਾਂ ਹੀ ਵੀਡੀਓ ਬਣਾ ਕੇ ਦੱਸ ਚੁੱਕਿਆ ਹਾਂ। ਜਿਨ੍ਹਾਂ ਨੇ ਨਹੀਂ ਉਹ ਦੇਖਿਆ ਤਾਂ ਉਹ ਇੰਟੈਲੀਜੈਂਸ ਵਾਲੀ ਵੀਡੀਓ ਚੈਨਲ ਉੱਤੇ ਜਾ ਕੇ ਦੇਖ ਸਕਦੇ ਹਨ, ਜਿਸ ਵਿੱਚ ਤੁਹਾਨੂੰ ਇੰਟੈਲੀਜੈਂਸ ਦਾ ਪੂਰਾ ਪ੍ਰੋਸੈਸ ਪਤਾ ਲੱਗ ਜਾਵੇਗਾ ਕਿ ਕਿਵੇਂ ਤੁਸੀਂ ਉਸ ਵਿੱਚ ਕਾਂਸਟੇਬਲ ਅਤੇ ਸਬ ਇੰਸਪੈਕਟਰ ਇੰਟੈਲੀਜੈਂਸ ਵਿੱਚ ਭਰਤੀ ਹੋ ਸਕਦੇ ਹੋ। ਅੱਜ ਦੀ ਵੀਡੀਓ 'ਚ ਮੈਂ ਤੁਹਾਨੂੰ ਪੁਲਿਸ IT ਐਂਡ ਟੀ ਵਿੰਗ ਬਾਰੇ ਦੱਸਾਂਗਾ ਕਿ ਇਸ ਵਿੰਗ ਵਿੱਚ ਤੁਸੀਂ ਕਿਵੇਂ ਭਰਤੀ ਹੋ ਸਕਦੇ ਹੋ। ਇਹ ਵਿੰਗ ਹੈ ਜਿਹੜਾ ਵਾਇਰਲੈਸ ਆਪਰੇਟਰ ਦਾ ਵਿੰਗ ਹੁੰਦਾ ਹੈ। ਇਸ ਵਿੱਚ ਤੁਸੀਂ ਫੋਨ ਆਪਰੇਟਰ ਅਤੇ ਸਬ ਇੰਸਪੈਕਟਰ ਦੋਵੇਂ ਤਰ੍ਹਾਂ ਦੀਆਂ ਪੋਸਟਾਂ ਜਿਹੜੀਆਂ ਅਪਲਾਈ ਕਰ ਸਕਦੇ ਹੋ। ਦੋਹੇ ਮੁੰਡੇ ਅਤੇ ਕੁੜੀਆਂ ਦੋਨਾਂ ਤਰ੍ਹਾਂ ਦੀਆਂ ਪੋਸਟਾਂ ਹਨ। ਇਸ ਵਿੱਚ ਟੈਲੀਫੋਨ ਆਪਰੇਟਰ ਅਤੇ ਵਾਇਰਲੈਸ ਆਪਰੇਟਰ IT ਐਂਡ ਟੀ ਵਿੰਗ ਵਿੱਚ ਕਾਂਸਟੇਬਲ ਦੇ ਜਿਹੜੀਆਂ ਪੋਸਟਾਂ ਹੈ ਉਸ ਵਿੱਚ +2 ਮੰਗੀ ਜਾਂਦੀ ਹੈ ਅਤੇ ਸਬ ਇੰਸਪੈਕਟਰ ਦੀਆਂ ਪੋਸਟਾਂ ਜਿਹੜੀਆਂ ਉਸ ਵਿੱਚ BA ਮੰਗੀ ਜਾਂਦੀ ਹੈ। ਪੂਰੀ ਵੀਡੀਓ ਧਿਆਨ ਨਾਲ ਦੇਖਿਓ, ਮੈਂ ਤੁਹਾਨੂੰ ਡਿਟੇਲ ਵਿੱਚ ਦੱਸੂਗਾ ਕਿ ਕੀ ਪ੍ਰੋਸੈਸ ਹੁੰਦਾ ਹੈ, ਕਿੰਨਾ ਕੱਦ ਹੋਵੇਗਾ, ਇਸ ਵਿੱਚ ਕਿੰਨੀ ਪੜ੍ਹਾਈ ਹੋਵੇਗੀ, ਕੰਪਿਊਟਰ ਸਰਟੀਫਿਕੇਟ ਵਗੈਰਾ ਕਿਹੜਾ ਚਾਹੀਦਾ ਹੈ, ਕਿੰਨੀ ਦੌੜ ਹੋਵੇਗੀ, ਪੇਪਰ ਕਿੱਦਾਂ ਦਾ ਹੋਵੇਗਾ, ਲੰਬੀ ਛਾਲ ਉੱਚੀ ਛਾਲ, ਪੂਰਾ ਪ੍ਰੋਸੈਸ, ਆਫੀਸ਼ੀਅਲ ਨੋਟੀਫਿਕੇਸ਼ਨ ਅਤੇ ਕਿਵੇਂ ਆਨਲਾਈਨ ਅਪਲਾਈ ਕਰਨਾ ਹੈ, ਸਾਰਾ ਪ੍ਰੋਸੈਸ ਤੁਹਾਨੂੰ ਡਿਟੇਲ ਵਿੱਚ ਇਸ ਵੀਡੀਓ 'ਚ ਸਮਝਾਇਆ ਜਾਵੇਗਾ। ਵੀਡੀਓ ਨੂੰ ਦੇਖਣ ਤੋਂ ਪਹਿਲਾਂ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਨੂੰ ਦਬਾ ਲਿਓ ਤਾਂ ਕਿ ਪੰਜਾਬ ਪੁਲਿਸ ਦੀ ਭਰਤੀ ਅਤੇ ਹੋਰ ਵਿੰਗਾਂ ਭਰਤੀ ਸੰਬੰਧੀ ਸਾਨੂੰ ਲੇਟੈਸਟ ਅਪਡੇਟ ਅਤੇ ਸਾਰੀ ਜਾਣਕਾਰੀ ਡਿਟੇਲ ਵਿੱਚ ਸਭ ਤੋਂ ਪਹਿਲਾਂ ਜਿਹੜੀ ਮਿਲਦੀ ਰਹੇ। ਚਲੋ ਹੁਣ ਆਪਾਂ ਸ਼ੁਰੂ ਕਰਦੇ ਹਾਂ। ਸਭ ਤੋਂ ਪਹਿਲਾਂ ਕਾਂਸਟੇਬਲ ਦੇ ਬਾਰੇ ਜਾਣਕਾਰੀ। ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਕਾਂਸਟੇਬਲ ਆਪਰੇਟਰ ਦੀ। ਇਸ ਦੀ ਕੁਆਲੀਫਿਕੇਸ਼ਨ ਹੈ +2 ਵਿੱਚ ਤੁਹਾਡੇ ਕੋਲ ਫਿਜ਼ਿਕਸ ਇੱਕ ਰੈਗੂਲਰ ਸਬਜੈਕਟ ਦੇ ਤੌਰ 'ਤੇ ਹੋਣਾ ਚਾਹੀਦਾ ਹੈ ਅਤੇ ਇਸ ਦੇ ਨਾਲ ਹੀ ਕੋਈ 6 ਮਹੀਨੇ ਦਾ ਬੇਸਿਕ ਕੰਪਿਊਟਰ ਕੋਰਸ ਕੀਤਾ ਹੋਇਆ ਹੋਣਾ ਜ਼ਰੂਰੀ ਚਾਹੀਦਾ ਹੈ ਅਤੇ ਜਾਂ ਫਿਰ +2 ਵਿਦ ਫਿਜ਼ਿਕਸ ਹੀ ਅਤੇ ਗ੍ਰੈਜੂਏਸ਼ਨ ਵਿੱਚ ਕੋਈ ਕੰਪਿਊਟਰ ਦੀ ਡਿਗਰੀ ਕੀਤੀ ਹੋਵੇ ਜਿਵੇਂ BSc IT ਜਾਂ BCA ਆਦਿ। ਇਸ ਤੋਂ ਇਲਾਵਾ ਕਮਿਊਨੀਕੇਸ਼ਨ ਇੰਜੀਨੀਅਰਿੰਗ ਅਤੇ ਇਲੈਕਟ੍ਰੋਨਿਕਸ ਫੀਲਡ ਦੇ ਗ੍ਰੈਜੂਏਸ਼ਨ ਵਾਲੇ ਵੀ ਇਸ ਨੂੰ ਅਪਲਾਈ ਕਰ ਸਕਦੇ। ਗੱਲ ਕਰੀਏ ਏਜ ਦੀ, ਇਹ ਵੀ ਪੁਲਿਸ ਕਾਂਸਟੇਬਲ ਵਾਂਗ ਹੀ 18 ਤੋਂ 28 ਸਾਲ ਤੱਕ ਦੇ ਏਜ ਵਾਲੇ ਅਪਲਾਈ ਕਰ ਸਕਦੇ। ਇਸ ਦੀ ਸੈਲਰੀ ਬੇਸਿਕ 10,300 ਤੋਂ ਸਟਾਰਟ ਹੋ ਕੇ 34,800 ਤੱਕ ਹੋਵੇਗੀ ਅਤੇ ਇਸ ਦਾ ਗ੍ਰੇਡ ਪੇ 3200 ਹੋਵੇਗਾ ਅਤੇ ਨਾਲ ਇਸ ਦੇ ਹੋਰ ਭੱਤੇ ਵੀ ਮਿਲਣਯੋਗ ਹੋਣਗੇ। ਇੱਕ ਹੋਰ ਇਨਫੋਰਮੇਸ਼ਨ ਦੇ ਦੇਵਾਂ ਦੋਸਤੋ, ਜੇ ਤੁਸੀਂ B1 ਐਗਜ਼ਾਮ ਦੀ ਤਿਆਰੀ ਕਰ ਰਹੇ ਹੋ ਤਾਂ ਡਿਸਕ੍ਰਿਪਸ਼ਨ ਵਿੱਚ ਦਿੱਤੇ ਟੈਲੀਗ੍ਰਾਮ ਦੇ ਲਿੰਕ ਨੂੰ ਜੁਆਇਨ ਕਰ ਲਵੋ। ਮੈਂ ਉੱਥੇ ਇਸ ਸੰਬੰਧੀ PDF ਵੀਡੀਓਜ਼ ਪਾਉਂਦਾ ਰਹਿੰਦਾ ਹਾਂ। ਹੁਣ ਗੱਲ ਕਰਦੇ ਹਾਂ ਇਸ ਵਿੱਚ ਆਉਣ ਵਾਲੀ ਦੂਜੀ ਪੋਸਟ, ਜਿਹੜੀ ਕਿ ਕਾਂਸਟੇਬਲ ਹਾਰਡਵੇਅਰ ਦੀ ਹੁੰਦੀ ਹੈ। ਇਸ ਦੀ ਕੁਆਲੀਫਿਕੇਸ਼ਨ ਮੈਟ੍ਰਿਕੂਲੇਸ਼ਨ ਐਂਡ 1 ਈਅਰ ਸਰਟੀਫਿਕੇਟ ਕੋਰਸ ਇਨ ਕੰਪਿਊਟਰ ਹਾਰਡਵੇਅਰ ਅਤੇ ਜਾਂ ਫਿਰ ਨੈਟਵਰਕ ਮੇਨਟੇਨੈਂਸ ਵਿੱਚ ਕੋਈ 1 ਈਅਰ ਦਾ ਕੋਰਸ ਕੀਤਾ ਹੋਵੇ ਜਾਂ ਫਿਰ ਮੈਟ੍ਰਿਕੂਲੇਸ਼ਨ ਦੇ ਨਾਲ ਕੋਈ ਇਨਫੋਰਮੇਸ਼ਨ ਟੈਕਨੋਲੋਜੀ ਅਤੇ ਇਲੈਕਟ੍ਰੋਨਿਕ ਸਿਸਟਮ ਦਾ ਕੋਈ 2 ਸਾਲ ਦਾ ਕੋਰਸ ਕੀਤਾ ਹੋਵੇ ਜਾਂ ਫਿਰ ਕਮਿਊਨੀਕੇਸ਼ਨ ਟੈਕਨੋਲੋਜੀ ਸਿਸਟਮ ਮੇਨਟੇਨੈਂਸ ਦਾ ਕੋਰਸ 2 ਸਾਲ ਦਾ ਜਾਂ ਫਿਰ ਕੰਪਿਊਟਰ ਇੰਜੀਨੀਅਰਿੰਗ ਦੇ ਫੀਲਡ ਦੀ ਕੋਈ ਹੋਵੇ, ਉਹ ਸਾਰੇ ਇਸ ਪੋਸਟ ਲਈ ਅਪਲਾਈ ਕਰ ਸਕਦੇ ਹਾਂ। ਗੱਲ ਕਰਦੇ ਹਾਂ ਇਸ ਦੀ ਏਜ ਦੀ। ਇਸ ਦੇ ਲਈ ਵੀ 18 ਤੋਂ ਲੈ ਕੇ 28 ਸਾਲ ਤੱਕ ਦੀ ਏਜ ਦੇ ਵਿੱਚ ਦੇ ਅਪਲਾਈ ਕਰ ਸਕਦੇ। ਇਸ ਦਾ ਗ੍ਰੇਡ ਪੇ ਵੀ ਕਾਂਸਟੇਬਲ ਸੌਫਟਵੇਅਰ ਵਾਂਗ ਬੇਸਿਕ 10,300 ਤੋਂ 34,800 ਅਤੇ ਗ੍ਰੇਡ ਪੇ 3200 ਤੇ ਨਾਲ ਹੋਰ ਭੱਤੇ ਮਿਲਣਯੋਗ ਹੋਣਗੇ। ਅਗਲੀ ਪੋਸਟ ਕਾਂਸਟੇਬਲ ਸੌਫਟਵੇਅਰ। ਇਸ ਦੇ ਲਈ ਕੁਆਲੀਫਿਕੇਸ਼ਨ ਮੈਟ੍ਰਿਕੂਲੇਸ਼ਨ ਐਂਡ 1 ਈਅਰ ਸਰਟੀਫਿਕੇਟ ਕੋਰਸ ਇਨ ਕੰਪਿਊਟਰ ਆਪਰੇਟਰ ਐਂਡ ਪ੍ਰੋਗਰਾਮਿੰਗ ਅਸਿਸਟੈਂਟ ਵਿਦ 1 ਈਅਰ ਪ੍ਰੈਕਟੀਕਲ ਐਕਸਪੀਰੀਅੰਸ ਟੂ ਬੀ ਸਰਟੀਫਾਈਡ ਬਾਏ ਲੇਬਰ ਆਫਿਸਰ ਕੰਸਰਨਡ ਜਾਂ ਫਿਰ +2 ਵਿਦ O ਲੈਵਲ ਕੰਪਿਊਟਰ ਕੋਰਸ ਔਰ ਮੈਟ੍ਰਿਕੂਲੇਸ਼ਨ ਐਂਡ ਡਿਪਲੋਮਾ ਇਨ ਇਨਫੋਰਮੇਸ਼ਨ ਟੈਕਨੋਲੋਜੀ ਡਿਊਰੇਸ਼ਨ 3 ਸਾਲ। ਮਤਲਬ ਕਿ +2 ਦੇ ਨਾਲ ਨਾਲ ਕੋਈ ਇਨਫੋਰਮੇਸ਼ਨ ਟੈਕਨੋਲੋਜੀ ਦਾ 3 ਸਾਲ ਦਾ ਡਿਪਲੋਮਾ ਕੀਤਾ ਹੋਣਾ ਚਾਹੀਦਾ ਹੈ ਜਾਂ ਫਿਰ ਕੰਪਿਊਟਰ ਸਾਇੰਸ ਦੇ ਫੀਲਡ ਦੀ ਕੋਈ ਵੀ ਗ੍ਰੈਜੂਏਸ਼ਨ ਜਿਵੇਂ ਸੌਫਟਵੇਅਰ ਇੰਜੀਨੀਅਰਿੰਗ, ਇਨਫੋਰਮੇਸ਼ਨ ਟੈਕਨੋਲੋਜੀ ਜਾਂ BSc IT BCA ਵਗੈਰਾ ਕੀਤੀ ਹੋਣੀ ਚਾਹੀਦੀ ਹੈ। ਇਸ ਦੇ ਲਈ ਵੀ ਮਿਨੀਮਮ ਏਜ 18 ਤੋਂ 28 ਸਾਲ ਤੱਕ ਹੈ। ਪੇ ਸਕੇਲ ਸੇਮ 10,300 ਬੇਸਿਕ ਤੋਂ 34,800 ਤੱਕ ਅਤੇ ਗ੍ਰੇਡ ਪੇ 3200 ਅਤੇ ਨਾਲ ਹੋਰ ਭੱਤੇ। ਹੁਣ ਗੱਲ ਕਰਦੇ ਹਾਂ ਸਬ ਇੰਸਪੈਕਟਰ ਦੀ, ਜਿਹੜੀ ਕਿ ਇੱਕ ਬਹੁਤ ਹੀ ਵਧੀਆ ਪੋਸਟ ਹੈ। ਇਸ ਦੇ ਲਈ ਕੁਆਲੀਫਿਕੇਸ਼ਨ BCA BSc ਜਾਂ ਗ੍ਰੈਜੂਏਸ਼ਨ ਕੋਈ ਵੀ ਟੈਕਨੋਲੋਜੀ ਇਨਫੋਰਮੇਸ਼ਨ ਜਾਂ ਕੰਪਿਊਟਰ ਇੰਜੀਨੀਅਰਿੰਗ ਦੀ ਕੀਤੀ ਹੋਣੀ ਚਾਹੀਦੀ ਹੈ। ਦੋਸਤੋ ਦੱਸ ਦੇਵਾਂ ਕਿ ਇਹਨਾਂ ਸਾਰੀਆਂ ਪੋਸਟਾਂ ਵਿੱਚ ਕੁਆਲੀਫਿਕੇਸ਼ਨ ਵਿੱਚ ਕੰਪਿਊਟਰ ਇਸ ਲਈ ਮੰਗਿਆ ਜਾਂਦਾ ਹੈ ਕਿਉਂਕਿ ਇਸ ਪੋਸਟ ਦੇ ਲਈ ਜੋ ਲਿਖਤੀ ਟੈਸਟ ਹੁੰਦਾ ਹੈ ਉਸ ਵਿੱਚ 50% ਕੁਐਸਚਨ ਕੰਪਿਊਟਰ ਬੇਸਿਸ ਹੀ ਹੁੰਦੇ ਹਨ ਤੋਂ ਉਸ ਤੋਂ ਇਲਾਵਾ 50% ਕੁਐਸਚਨ ਹੋਰ ਹੁੰਦੇ ਹਨ। ਇਸ ਦੇ ਲਈ ਵੀ ਏਜ 18 ਤੋਂ 28 ਸਾਲ, ਪਰੰਤੂ ਇਸ ਦੀ ਸੈਲਰੀ ਵਿੱਚ ਬਹੁਤ ਡਿਫਰੈਂਟ ਹੈ। ਇਸ ਦੀ ਬੇਸਿਕ 10,300 34,800
परंतु ग्रेड पे 4600 है। दोस्तों गल करते हैं इन्हां पोस्टां लई फिजिकल मैजरमेंट की। इन्हां दे लई मेल की हाइट 5 फुट 5 इंच घट्टो घट्ट ते फीमेल की हाइट 5 फुट 1 इंच होनी जरूरी है। गल करते हैं इस दी सिलैक्शन प्रोसैस की कि इस दा सिलैक्शन प्रोसैस किवें हुंदा है। सब तो पहले इस दे विच फिजिकल मैजरमेंट हुंदी है, उस तो बाद ड्रग या डॉप टेस्ट लिया जाता है, उस तो बाद फिजिकल ट्रायल जो रनिंग वगैरह होंदी है, तो लास्ट में एक रिटन टेस्ट होंदा है। उस रिटन टेस्ट के आधार पर ही मैरिट बनती है। हुण गल करते हैं इस दे फिजिकल ट्रायल की। जिवें कि तुहानूं पहले ही दस दिता है, मेल की हाइट इस विच 5 फुट 5 इंच घट्टो घट्ट होंदी है। मेल्स लई 800 मीटर की होंदी है जो कि 4 मिनट विच पूरी करनी होंदी है। इस दे लई सिर्फ एक ही चांस मिलता है। लॉन्ग जंप 9 फुट जिस दे लई 3 चांस दिते जाते हैं, तो हाई जंप 3 फीट जिस दे लई सिर्फ 3 ही चांस दिते जाते हैं। गल करते हैं फीमेल की हाइट इस विच घट्टो घट्ट 5 फुट 1 इंच मंगी जाती है। फीमेल लई रेस 400 मीटर की दौड़ होंदी है जो कि 2 मिनट विच पूरी करनी होंदी है, तो इस दे लई सिर्फ 1 ही चांस दिता जाता है। फीमेल लई लॉन्ग जंप 6 फुट 3 चांस तो हाई जंप 2 फुट 3 चांस होंदे हैं। सॉरी इत्थे गलती नाल 5 फुट लिखिया गया। गल करिए IT&T विंग की जॉब प्रोफाइल बारे, तब पंजाब पुलिस का सारा कम्यूनीकेशन का भार इन्हां दे सिर उत्ते ही हुंदा है। जिवें कि इन्हां ड्यूटी वायरलैस ऑपरेटर्स ते लग जाती है, जां फिर इस तो इलावा पंजाब पुलिस के किसी भी इदारे विच जिथे जिथे एक हार्डवेयर ते जां फिर किसी सॉफ्टवेयर की जरूरत होंदी है, उत्थे उत्थे इन्हां दी पोस्टिंग कर दी जाती है। IT&T विंग का मेन हैडकुआटर चंडीगढ़ 9 सैक्टर दे विच है। दोस्तों CID ते IT&T विंग ਦੀਆਂ ਭਰਤੀਆਂ ਇਕੱਠੀਆਂ ਹੀ ਆਉਂਦੀਆਂ ਹਨ। ਉਮੀਦ ਹੈ ਕਿ ਇਸ ਤੋਂ ਇਲਾਵਾ ਜਿਹੜਾ ਫਿਜ਼ੀਕਲ ਹੁੰਦਾ ਹੈ ਉਹ ਕਾਂਸਟੇਬਲ ਅਤੇ ਸਬ ਇੰਸਪੈਕਟਰ ਮੁੰਡਿਆਂ ਦਾ ਸੇਮ ਹੀ ਹੁੰਦਾ ਹੈ ਅਤੇ ਕਾਂਸਟੇਬਲ ਅਤੇ ਸਬ ਇੰਸਪੈਕਟਰ ਕੁੜੀਆਂ ਦਾ ਵੀ ਜਿਹੜਾ ਸੇਮ ਹੀ ਹੁੰਦਾ ਹੈ। ਇਹਨਾਂ ਵਿੱਚ ਕੋਈ ਡਿਫਰੈਂਟ ਨਹੀਂ ਹੁੰਦਾ। ਬਸ ਡਿਫਰੈਂਸ ਇਹ ਹੈ ਕਿ ਕਾਂਸਟੇਬਲ ਦੀ ਜਿਹੜੀ ਕੁਆਲੀਫਿਕੇਸ਼ਨ ਹੈ ਇਸ ਵਿੱਚ +2 ਹੈ ਅਤੇ ਸਬ ਇੰਸਪੈਕਟਰ ਦੀ ਕੁਆਲੀਫਿਕੇਸ਼ਨ ਹੈ ਜਿਹੜੀ ਇਸ ਵਿੱਚ ਗ੍ਰੈਜੂਏਸ਼ਨ ਮੰਗੀ ਜਾਂਦੀ ਹੈ। ਠੀਕ ਹੈ, ਨਾਲ ਤੁਹਾਨੂੰ ਕੰਪਿਊਟਰ ਦਾ ਸਰਟੀਫਿਕੇਟ ਵੀ ਮੈਂ ਜਿਹੜਾ ਦੱਸ ਦਿੱਤਾ ਹੈ। ਇਸ ਤੋਂ ਇਲਾਵਾ ਜਿਹੜਾ ਨੋਟੀਫਿਕੇਸ਼ਨ ਸੀ ਇਹ 2016 ਵਾਲਾ ਸੀ। ਇਸ ਵਿੱਚ ਜਿਹੜੇ ਪੇ ਸਕੇਲ ਸੀ ਉਹ ਉਸ ਟਾਈਮ ਦੇ ਹਿਸਾਬ ਨਾਲ ਦਿੱਤੇ ਗਏ ਸਨ, ਪਰੰਤੂ ਜੇ ਅੱਜ ਦੇ ਪੇ ਸਕੇਲ ਦੇਖੀਏ ਤਾਂ ਜਿਹੜੇ ਕਾਂਸਟੇਬਲ ਜਿਹੜਾ ਹੋਵੇਗਾ IT&T ਵਿੰਗ ਵਿੱਚ ਉਸ ਨੂੰ ਪੰਜਾਬ ਪੁਲਿਸ ਦੇ ਜਿਹੜਾ ਆਰਮਡ ਅਤੇ PAP ਜਾਂ ਡਿਸਟ੍ਰਿਕਟ ਕੇਡਰ ਦਾ ਕਾਂਸਟੇਬਲ ਹੈ ਸੇਮ ਉਸ ਦਾ ਜਿਹੜਾ ਪੇ ਸਕੇਲ ਹੈ ਉਹੀ ਮਿਲੇਗਾ। ਅਤੇ ਸਬ ਇੰਸਪੈਕਟਰ ਜਿਹੜਾ IT&T ਵਿੰਗ ਦਾ ਹੋਵੇਗਾ ਉਸ ਨੂੰ ਵੀ ਸੇਮ ਜਿਹੜਾ ਸਬ ਇੰਸਪੈਕਟਰ ਪੰਜਾਬ ਪੁਲਿਸ ਆਰਮਡ ਡਿਸਟ੍ਰਿਕਟ ਵਾਲਾ ਹੋਵੇਗਾ ਉਸ ਦੇ ਨਾਲ ਦਾ ਮਿਲਦਾ ਜਿਹੜਾ ਪੇ ਸਕੇਲ ਹੈ ਉਹ ਸੇਮ ਮਿਲੇਗਾ। ਠੀਕ ਹੈ, ਇਸ ਤੋਂ ਇਲਾਵਾ ਜੇਕਰ ਤੁਸੀਂ ਇਹਨਾਂ ਸਾਰੇ ਪੇਪਰਾਂ ਦੀ ਤਿਆਰੀ ਕਰਨਾ ਚਾਹੁੰਦੇ ਹੋ, ਮੈਂ ਇਹਨਾਂ ਸਾਰੇ ਪੇਪਰਾਂ ਦੀ ਤਿਆਰੀ ਸੰਬੰਧੀ ਚੈਨਲ ਉੱਤੇ ਨਵੀਂ ਸੀਰੀਜ਼ ਸ਼ੁਰੂ ਕਰ ਰਿਹਾ ਹਾਂ ਅਤੇ ਸਾਰੇ ਪੇਪਰਾਂ ਦੀ ਤਿਆਰੀ ਤੁਹਾਨੂੰ ਚੰਗੀ ਤਰ੍ਹਾਂ ਕਰਵਾਈ ਜਾਵੇਗੀ। ਇਸ ਦੇ ਲਈ ਚੈਨਲ ਨੂੰ ਸਬਸਕ੍ਰਾਈਬ ਕਰਕੇ ਸਾਰੇ ਜਣੇ ਬੈਲ ਆਈਕਨ ਨੂੰ ਜ਼ਰੂਰ ਦਬਾ ਲਿਓ ਤਾਂ ਕਿ ਤੁਸੀਂ ਹਰੇਕ ਵੀਡੀਓ ਦਾ ਲੇਟੈਸਟ ਅਪਡੇਟ ਤੁਹਾਡੇ ਤੱਕ ਪਹੁੰਚਦਾ ਰਹੇ। ਠੀਕ ਹੈ, ਇਸੇ ਤਰ੍ਹਾਂ ਹੀ ਲਗਾਤਾਰ ਜੇਕਰ ਜਾਣਕਾਰੀ ਚਾਹੁੰਦੇ ਹੋ ਤਾਂ ਤੁਸੀਂ ਡਿਸਕ੍ਰਿਪਸ਼ਨ ਬਾਕਸ ਵਿੱਚ ਦਿੱਤੇ ਟੈਲੀਗ੍ਰਾਮ ਅਤੇ ਇੰਸਟਾਗ੍ਰਾਮ ਨੂੰ ਜੁਆਇਨ ਕਰ ਲਓ, ਜਿੱਥੇ ਸਾਡੇ ਲੇਟੈਸਟ ਅਪਡੇਟ ਤੁਹਾਡੇ ਤੱਕ ਪਹੁੰਚਦੇ ਰਹਿਣਗੇ। ਹਰੇਕ ਜਾਣਕਾਰੀ ਤੁਹਾਨੂੰ ਮਿਲਦੀ ਰਹੇਗੀ। ਠੀਕ ਹੈ, ਅੱਜ ਦੀ ਵੀਡੀਓ ਵਿੱਚ ਇੱਦਾਂ ਹੀ। ਇਸ ਤੋਂ ਇਲਾਵਾ ਹੋਰ ਅਪਡੇਟ ਅਤੇ ਜਾਣਕਾਰੀ ਦੇ ਲਈ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਨੂੰ ਜ਼ਰੂਰ ਦਬਾ ਲਿਓ। ਮਿਲਦੇ ਹਾਂ ਅਗਲੀ ਵੀਡੀਓ ਵਿੱਚ ਕਿਸੇ ਹੋਰ ਇਨਫੋਰਮੇਸ਼ਨ ਨਾਲ। ਤਦ ਤੱਕ ਲਈ ਧੰਨਵਾਦ।